सानू सारिਆਂ ਨੂੰ पता है कि सतगुरु नानक प्रगटिया मिट्टी धुंध जग चानण होया। ਆਪਾਂ ਇਹ ਨਹੀਂ ਕਹਿੰਦੇ कि गुरु पातशाह का जन्म होया है ਜਾਂ ਉਹਨਾਂ ਦਾ जन्म दिवस मनाया जाता है, नहीं। पर इसे करके जे ਆਪਾਂ प्रगट की गल करिए तो खालसे की और इसे शब्द विच ਆਪਾਂ सरवण करने और जे प्रगट शब्द में देखिए तो गुरु पातशाह ने नाल सानू वचन कीते ने। भाई गुरदास जी कहते ने, वो कहते ने गुरु पातशाह ने कृपा की, गुरु नानक पातशाह ने उही जोत जिहड़ी भट्ट साहिबान कहते ने आप नारायण कला धार जग मैं परवरियो निरंकार आकार जोत जग मंडल करियो। उही जोत गुरु नानक पातशाह ने गुरु अंगद देव महाराज ते इस तरह जोत ओहा जुग साए सहकाया फेर पलटी है। जुगती ओही ते जोत भी ओही। ਆਪਾਂ ਵੇਖਦੇ ਹਾਂ ਇਹੀ ਜੋਤ ਜਦੋਂ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਤੇ ਉਸ ਵੇਲੇ ਵੀ ਇਸੇ ਤਰ੍ਹਾਂ ਆਪਾਂ ਸ਼ਬਦ ਪੜ੍ਹਨੇ ਆ। ਭਾਈ ਗੁਰਦਾਸ ਜੀ ਕਹਿੰਦੇ ਨੇ ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰ ਭਾਰੀ ਅਰਜਨ ਕਾਇਆ ਪਲਟ ਕੇ ਮੂਰਤ ਹਰ ਗੋਬਿੰਦ ਸਵਾਰੀ। ਜੋਤ ਉਹੀ ਆਪਾਂ ਅੱਜ ਦਾ ਦਿਵਸ ਮਨਾ ਰਹੇ ਹਾਂ ਤੇ ਸੋਚਦੇ ਹਾਂ ਕਿ ਸ਼ਾਇਦ ਕਲਗੀਧਰ ਪਾਤਸ਼ਾਹ ਨੇ ਖਾਲਸਾ ਸਾਜਿਆ, ਨਹੀਂ। ਆਪਾਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਪਾਵਨ ਬਚਨ ਪੜ੍ਹਨੇ ਆ ਨਾ, ਤੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਬਾਬਤ ਭਾਈ ਗੁਰਦਾਸ ਜੀ ਕਹਿੰਦੇ ਨੇ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਅਸਲ ਵਿੱਚ ਇਹ ਜਿਹੜਾ ਨਿਰਮਲ ਪੰਥ ਸੀ ਇਹ ਗੁਰੂ ਨਾਨਕ ਪਾਤਸ਼ਾਹ ਨੇ ਚਲਾਇਆ ਸੀ। ਔਰ ਆਪਾਂ ਭਾਈ ਗੁਰਦਾਸ ਜੀ ਦੇ ਬਚਨ ਇਹ ਵੀ ਪੜ੍ਹਨੇ ਆ ਕਿ ਸਿੰਘ ਬੁੱਕੈ ਮਰਗਾਵਲੀ ਭੰਨੀ ਜਾਏ ਨਾ ਧੀਰ ਤੁਰਵਾ। ਸਿੰਘ ਕਹਿੰਦੇ ਨੇ ਸ਼ੇਰ ਨੂੰ, ਭਾਈ ਗੁਰਦਾਸ ਜੀ ਕਹਿੰਦੇ ਨੇ ਗੁਰੂ ਨਾਨਕ ਪਾਤਸ਼ਾਹ ਇਸ ਤਰ੍ਹਾਂ ਬੁੱਕੇ ਜਿਵੇਂ ਸ਼ੇਰ ਬੁੱਕਦਾ ਹੈ ਤੇ ਭੰਨੀ ਜਾਏ ਨਾ ਧੀਰ ਤੁਰਵਾ। ਜਿਹੜੀ ਹਿਰਨਾਂ ਦੀ ਢਾਲ ਸੀ ਉਹ ਭੱਜੀ ਗਈ। ਭਾਵ ਜਿਹੜੇ ਜ਼ੁਲਮ ਦੇ ਲੋਕ ਸਨ ਉਹ ਡਰ ਗਏ, ਭੱਜ ਗਏ ਤੇ ਗੁਰੂ ਨਾਨਕ ਪਾਤਸ਼ਾਹ ਜਦੋਂ ਸ਼ੇਰ ਵਾਂਗ ਗੱਜੇ ਨੇ। ਔਰ ਇਹੀ ਗੱਲ ਜਿਹੜੀ ਜਦੋਂ ਮੀਰੀ ਪੀਰੀ ਦੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਦੋ ਤਲਵਾਰਾਂ ਬੱਧੀਆਂ, ਇੱਕ ਮੀਰੀ ਦੀ ਇੱਕ ਪੀਰੀ ਦੀ, ਇੱਕ ਅਜ਼ਮਤ ਦੀ ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ। ਦੋ ਤਲਵਾਰਾਂ ਸਾਡੇ ਕੋਲ ਆਈਆਂ ਕਿਉਂ? ਕਿਉਂਕਿ ਪਹਿਲੇ ਗੁਰੂ ਤੋਂ ਲੈ ਕੇ ਪੰਚਮ ਪਾਤਸ਼ਾਹ ਤੱਕ ਜਦੋਂ ਗੁਰੂ ਪਾਤਸ਼ਾਹ ਦੀ ਸ਼ਹੀਦੀ ਹੁੰਦੀ, ਜਿਨ੍ਹਾਂ ਨੂੰ ਸ਼ਹੀਦਾਂ ਦੇ ਸਰਤਾਜ ਕਿਹਾ ਜਾਂਦਾ ਹੈ, ਔਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਇਸੇ ਕਰਕੇ ਸੋਚਿਆ ਕਿ ਸ਼ਾਇਦ ਇਹ ਸਾਡੀ ਪਦਮਾਨਸੀ ਨੂੰ ਸਾਡਾ ਡਰਪੋਕਪੁਣਾ ਨਾ ਸਮਝ ਲੈਣ। ਪਰ ਗੁਰੂ ਨਾਨਕ ਪਾਤਸ਼ਾਹ ਦੀ ਕਿਰਪਾ, ਜਿਸ ਰਾਜ ਦੀ ਗੱਲ ਗੁਰੂ ਨਾਨਕ ਪਾਤਸ਼ਾਹ ਨੇ ਕੀਤੀ ਤੇ ਗੁਰੂ ਨਾਨਕ ਪਾਤਸ਼ਾਹ ਨੇ ਇਹ ਗੱਲ ਕਹੀ, ਸਾਨੂੰ ਚੇਤਾ ਭੁੱਲ ਜਾਂਦਾ ਹੈ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਜੋ ਕੋ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਗਲੀ ਮਿਲੀ ਆਓ। ਇਹ ਗੁਰੂ ਨਾਨਕ ਪਾਤਸ਼ਾਹ ਨੇ ਬਚਨ ਕਹੇ ਸਨ, ਇਹ ਨਹੀਂ ਕਿ ਕਲਗੀਧਰ ਪਾਤਸ਼ਾਹ ਨੇ ਆਖਿਆ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨੇ ਜੇ ਤੈਨੂੰ ਪ੍ਰੇਮ ਦੇ ਵਿੱਚ ਆਪਣੇ ਮਨ ਨੂੰ ਰੰਗਣ ਦਾ ਚਾਅ ਹੈ ਤੇ ਯਾਦ ਰੱਖ ਆਪਣਾ ਸਿਰ ਜਿਹੜਾ ਹੈ ਉਹ ਤਲੀ ਤੇ ਰੱਖ ਕੇ ਆ। ਇਸੇ ਕਰਕੇ ਗੁਰੂ ਨਾਨਕ ਪਾਤਸ਼ਾਹ ਨੇ ਬਾਬਰ ਨੂੰ ਜਾਬਰ ਕਿਹਾ ਸੀ। ਸਮੇਂ ਦੀ ਹਕੂਮਤ ਦੇ ਅਨੁਸਾਰ ਬਾਬਰ ਨੂੰ ਜਾਬਰ ਕਹਿਣਾ ਇਹ ਮਾੜੇ ਮੋਟੇ ਯੋਧੇ ਦੀ ਗੱਲ ਨਹੀਂ, ਇਹ ਸੂਰਬੀਰ ਬਲੀ ਦੀ ਗੱਲ ਹੈ, ਯੋਧੇ ਦੀ ਗੱਲ ਹੈ ਕਿ ਬਾਬਰ ਨੂੰ ਜਾਬਰ ਉਹਦੇ ਮੂੰਹ ਤੇ ਕਹਿ ਦੇਣਾ। ਔਰ ਗੁਰੂ ਪਾਤਸ਼ਾਹ ਦੀ ਇਹੀ ਕਿਰਪਾ, ਉਹੀ ਸਰੂਪ ਮੇਰੀ ਪੀਰੀ ਦੇ ਰੂਪ ਦੇ ਵਿੱਚ ਸਾਡੇ ਸਾਹਮਣੇ ਪ੍ਰਤੱਖ ਹੋ ਕੇ ਆਇਆ ਹੈ। ਜਦੋਂ ਗੁਰੂ ਪਾਤਸ਼ਾਹ ਨੇ ਦੋ ਤਲਵਾਰਾਂ ਪਹਿਨ ਲਈਆਂ ਔਰ ਨਾਲ ਹੀ ਕੀ ਕੀਤਾ, ਅਕਾਲ ਤਖਤ ਸਾਜਿਆ ਗਿਆ। ਅਕਾਲ ਤਖਤ ਗੁਰੂ ਪਿਆਰਿਓ ਯਾਦ ਰੱਖਿਓ, ਇਹ ਕੋਈ ਇਮਾਰਤ ਨਹੀਂ,
जे ये इमारत होंदी तो कदों की ढह जाती, क्योंकि इनू ढाउण वास्ते बड़े यत्न किए गए हैं, अज तक किए जाते हैं। अकाल तख्त आप सारे जानते हैं कितनी बारी ढह, खैर समा सीमित है। जे ये अकाल तख्त एक इमारत होंदी, कहण तो भाव ढह जाती। ये इमारत नहीं, ये उस अकाल पुरख का तख्त है जिन्हों पातशाह कहते हैं तख्ता लायक सोभ है, जे तख्ता लायक होई। अज भी उत्थे फैसले होंदे ने। आपां अरदास विच एक शब्द रोज़ पढ़ने आ, ध्यान दिओ शब्द असीं पढ़ने आ, बोल दिंदे आ, पर सानूं अर्थां दा नहीं पता हुंदा। कह दिंदे आ कि पढ़ भी लैंदे आ, शब्द असीं अरदास विच रोज़ पढ़ने आ। प्रथम सरबत खालसा जी की अरदास है जी, सरबत खालसा जी को वाहिगुरु 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 चितावे। ध्यान रखियो शब्द जिहड़ा पहला प्रथम सरबत खालसा आउंदा है ना, ये असां तुसां सारियां वास्ते, सारे समुचे खालसे वास्ते। और जिहड़ा दूसरा सरबत खालसा आपां कहने आ, प्रथम सरबत खालसा जी की अरदास है जी, सरबत खालसा जी को। इत्थे पल्ले खालसे वास्ते भी जिथे भी आपां कहने जै जै खालसा जी साहिब तहां तहां रखिया रहे। क्यों कहने आ कि सच्चे पातशाह जिथे तेरा कल्ला खालसा बैठा है, उन्होंने भी तेरा आस है। ये अरदास उहदे वास्ते भी। हुण ये रूप कदों दिता है गुरु पातशाह ने सानू? हुण आपां यही गल जदों पढ़ने आ मेरी पीढ़ी के बाबत, तो कलगीधर दशमेश पिता असीं सारे पढ़ने आ शब्द वाह वाह गोबिंद सिंह आपे गुर चेला। ते की कहने आ, वाह प्रगटियो मर्द पगंबड़ा। की होया? मर्द पैदा होया, और की होया? प्रगट होया। और फिर जदों असीं ये गल कहने आ, ते फिर असीं अरदास विच एक गल होर कहने आ, गुरु ग्रंथ जी मानियो प्रगट गुरां की देह। भाव ये जिहड़ी देह है, जिवें दास ने बेनती की, अकाल तख्त कोई इमारत नहीं, तो तख्त है, वो सिद्धांत है साडे वास्ते। हुण इसे तरह गुरु ग्रंथ साहिब महाराज ये 10 गुरु साहिबां की जोत इहदे विच है, और एक अकाल पुरख की जोत है, जिहड़ी जोत की असीं गल करने पए आ। वाह प्रगटियो मर्द अगंबड़ा वरियाम अकेला। ते उस गुरु ने की कीता है? अज दे दिन खालसा प्रगट किया है। हुण गुरु प्यारिओ फिर विचार करिए, अज का दिन पातशाह ने क्यों चुनिया है? सानू पता होएगा जिवें दास ने होली वाले दिन आप जी नाल विचार कीती सी कि त्यौहार पहलां भी मनाए जाते सी। विसाखी जिहड़ी है ये मनाई जाती सी हिंदुस्तान विच सदियां तो। और गुरु अमरदास महाराज जी ने इसे विसाखी वाले दिन ही जात पात के वहमां चों कढण वास्ते लोकां नूं, क्योंकि दास ने बेनती की सी पहलां भी समां बड़ा सीमित है कि तीर्थां ते इशनान करन जावैं, मस्या ते पुन्निया ते संग्राम ते। और विसाखी ते आप जी नूं पता है अज साडे पंजाब दे विच दरियावां ते होर बड़ी दूर दूर तीर्थ स्थानां ते खास करके ये विसाखी का त्यौहार लगता है। और की कहते हैं जी, विसाखी नहाउण जाना है। हुण विसाखी नहाउण वास्ते ब्यासा दरिया ते जाते हैं। और गुरु पातशाह गुरु अमरदास महाराज जी ने बौड़ी साहिब विखे जदों ये लोग इशनान करन जाते हैं विसाखी ते, कहने तो भाव गुरु अमरदास महाराज भी विसाखी लाउंदे सन। गुरु अर्जन देव महाराज विसाखी का त्यौहार जिहड़ा करतारपुर अज भी जाके देखो, उत्थे भी विसाखी का मेला बहुत भारी जोड़ मेला होंदा है। और इस वार कलगीधर दशमेश पिता ने एक गल की गल की? अज वांग समा नहीं सी, अज वांग साडे कोल साइकिल मोटरसाइकिल गड्डियां कारां हवाई जहाज नहीं सी। सिर्फ लोग पैदल जाते सी जां घोड़ियां ते जां अपने ठाठ बाट नाल हाथियां ते सफ़र किया जाता सी। और गुरु प्यारिओ देखो अज का दिन गुरु पातशाह ने चिट्ठियां लिखियां ने सिंघां नूं
कि जिहड़ी इस वार की विसाखी है वो ना गोइंदवाल ना करतारपुर और ये विसाखी आनंदपुर साहब लगेगी। संगतां नूं चिट्ठियां भेज दित्तियां गईयां। क्यों भेज दित्तियां गईयां? क्योंकि आपां विचारिया एक दिन इहो जिहा आया जिस दिन गुरु तेग बहादुर महाराज जिन्हां की शहीदी हुंदी है, भाई जैता जिहड़ा अमृत छक के बाद विच भाई जीवन सिंह बनिया, गुरु साहिबां दे सीस नूं मंजिला मारदा होया आनंदपुर साहब पहुंचा और सारी विख्या जिहड़ी है गुरु पातशाह नूं रो रो के सुनाई। और जदों इस तरह की हालत वेखी और गुरु पातशाह बाल गोबिंद राय गुरु गोबिंद सिंह महाराज भाई जैते नूं पुछण लगे, भाई जैता एक गल दसो कि जदों ये सारा वरतारा दिल्ली विच होया, किसी सिख ने हाँ का नारा नहीं मारिया, किसी सिख ने संस्कार करने वास्ते गल नहीं की कि गुरु साहिबां का संस्कार कीत करना है। और भाई जैता कहन लगा, सच्चे पातशाह जनता की चांदनी चौक बड़ी सी, संगतां ते बड़ियां सी, पर मैं पछाण नहीं सकिया। गुरु पातशाह पूछण लगे क्यों? क्योंकि आप जी नूं पता है उस वेले सिखां दी, हिंदुआं दी, मुसलमानां दी पोशाक भी इक्को ते पहरावा भी इक्को। क्यों? क्योंकि हिंदू भी दाड़ियां रखते सन, मुच्छां रखते सन, दस्तारां सजाते सन। ये फर्क सिर ने शाहजहां ने ऐलान किया सी, याद रखियो कि हिंदू जिहड़े ने अपनियां दाड़ियां ते केस कटा के रखियो। मेरा विषय ये नहीं, जिस समय की दास गल करदा उस वेले हिंदू भी इस तरह पोशाकां पहनते सन, चादरे लाने, धोतियां लाउणियां, कमीजां पाउणियां, पजामे पाउणे। इस्लाम के लोग भी दस्तारां बन्नते सन, अज भी बन्नते हैं। फिर वो भी पहरावा इक्को जिहा ते होया कि खड़े बड़े ने ते भाई जैता कहते सच्चे पातशाह इक्को जी पोशाक होने करके, इक्को जिहे चिन्ह होने करके, दाड़ियां इक्को जिहियां, मुच्छां इक्को जिहियां, मैं पछाण नहीं सकिया। ते बाल गोबिंद राय सोचां विच पै गए और भाई जैते नूं गल नाल ला के कहण लगे, रंग रेटे गुरु के बेटे। और आख्या गुरु के बेटे याद रख, एक समा इहो जिहा आएगा, मैं इहो जिहा खालसा साजांगा कि जिहड़ा लखां विच खलोता होएगा वो भी पहचानिया जाएगा। लोग कहेंगे ये गुरु का सिंह खलोता है। अज वही समा आया, पातशाह ने की कीता है, चिट्ठियां लिखियां ने, संगतां बड़ी दूर दूर तो, बिदर तो, करनाटका तो, महाराष्ट्र तो, लाहौर तो, कितों कितों सिंह पहुंचे ने और किवें पहुंचे ने। याद रखियो वो गुरुआं दा नाल उन्हां सिखां दा किन्ना प्यार सी कि किन्ने किन्ने दिन, किन्ने किन्ने महीने पहलां चलदे होणगे कि असीं गुरु दे दर्शन करन जाना है। और पातशाह कहते हैं और समा किहो जिहा, और खास करके दास ने पहला बेनती की कि उस वेले बख्शियर ने और शाहजहां ने ऐलान किया होया सी और किते भी सिख दिस जाए उन्होंने जान नहीं देना। जिवें अज हुंदे साडे नाल उस तों भी बदतर सी वो समा, पर अज के गुरु ने बड़ी साडे ते कृपा की है। खैर हुण होया कि जदों पातशाह ने यह गल की, संगतां विसाखी ते आनंदपुर साहिब पहुंचियां और गुरु पातशाह ने भरे दीवान दे विच। हुण एक गल याद रखियो, कई बारी सानू भुलेखे पाए जाते हैं कि गुरु साहिबां ने पता नहीं उत्थे सीस झटकाए ने ते बकरे, क्योंकि आपां अपने लोगों की गल ते यकीन नहीं करते, बगानियां की गल लैंदे आ। हुण बगानियां की गल करिए, जिहड़ा गुरु पातशाह के उस दिन, अज के दिन, विसाखी वाले दिन, जिहड़ा भरे दीवान दे विच बैठा है, उसका नाम है अब्दुल कुरानी। वो कौन है?
है तो हिंदू पर मुसलमान बन गया ते वफादार होने करके औरंगजेब ने इनू अपनी खूबिया एजेंसी में रखा और आनंदपुर साहिब भेज दिता। और ये ब्राह्मण होने करके ब्राह्मण के भेष विच आनंदपुर साहिब रहिंदा है और रोज़ की रोज़ अपनी रिपोर्ट जिहड़ी है औरंगजेब बादशाह नूं भेजदा है कि अज की होया अज की होया, और सारी रिपोर्ट भेजदा है। और अज के दिन वो ये गल कहंदा है कि कहंदा उस दीवान दे विच मैं नहीं मौजूद सी। इस चिट्ठी जिहड़ी चिट्ठी की दास गल करदा है ये अलीगढ़ यूनीवर्सिटी दे विच पई हुई है। इस्लाम दे बानी ने चिट्ठी लिखी, जिहड़े उहदे पैरोकार सन जिहड़े विद्वान सन वो एक चिट्ठी लिखते हैं रिपोर्टर जिहड़े ने। और वो चिट्ठी ज्ञानी हरबंस सिंह हुणां ने पंजाबी विच उहदा अनुवाद किया है। और चिट्ठी में वो लिखता है कि मैं उस दिन मौजूद सी जिस दिन ये इकट्ठ होया। उन्हें अपनी चिट्ठी में 45,000 का इकट्ठ लिखा है, कई ने 80,000 का इकट्ठ लिखा है। और कहते ने गुरु पातशाह भरे दीवान के अमृत वेले आसा की दीवार के दीवान सजे। उपरंत गुरु पातशाह एक फौजी वर्दी के आए और स्टेज पे आके उन्होंने ललकार के कहा, पर गुरु प्यारिओ इत्थे याद रखियो जे उन्होंने सीस मंगिया ना तो सीस दिता नहीं गया। और वो कहता कि भरे दीवान के कई कहते हैं तंबू में लै गए, नहीं ये अबुल कुरानी कहता है कि उस वेले गुरु साहिबान ने सारिਆਂ के सामने उस सिख का सीस जिहड़ा है घर तो अलग किया है। इस तरह 5 ਸਿੰਘਾਂ ਦੇ सीस मंगे गए। और ये नहीं कि गुरु पातशाह ने सीस मंगे ने कि अंदर लै गए जाके तंबू के की होया। साडे विद्वानां ने लिख दिता है कि कोई गल नहीं, गुरु साहिब ने की किया गुरु साहिब जानन नहीं। अब्दुल कुरानी कहता है गुरु पातशाह ने उस वेले स्टेज पे सारे सिंह जिहड़े ने पए ने ते गुरु पातशाह ने फिर जिहदा भी सीस ਉਹਦਾ है किहदा है ला के उपर कपड़ा दिता ते उन्होंने आवाज मारी, आखिया बोलो वाहिगुरू जी का खालसा वाहिगुरू जी की फतेह। फिर सिंह जिहड़े ने उठ के बोले ने, ये झूठ नहीं। अब्दुल कुरानी अपनी चिट्ठी में लिखता है, अलीगढ़ यूनीवर्सिटी में एक चिट्ठी पई हुई है। फिर उस तो बाद कहते गुरु साहब फिर उन्होंने तंबू में लैके गए, इशनान पान करवाया, सोहने सुंदर कपड़े पवा के आके स्टेज पे आए। उत्थे फिर आके कहते उन्होंने जो आपे हयात प्यार किया ते माता साहब देवा जिन्होंने उस वेले पतासियां की सेवा की। समा दास में बड़ा सीमित बख्शिश होया है और होया कि कल्ले कल्ले सिंह को अमृत छकाया गया। और उस तो बाद पातशाह कहते हैं कि हुण इस तरह करो कि यही अमृत मैनू भी छकाओ। और आप सारे जानते हैं फिर उस वेले 5 प्यारिਆਂ ਵਿੱਚੋਂ भाई धर्म सिंह कहन लगे कि सच्चे पातशाह ये अमृत असी एवें नहीं लिया, असी सीस दिता है, तुसी दसो सानू की देओगे। उस वेले कलगीधर पातशाह ने यह गल आखी कि जे तुसी सीस दिता है तो खालसा पंथ याद रखे, समा आएगा मैं अपने सारे परिवार के सीस खालसे पंथ की झोली में पा देंगा। और फिर गुरु पातशाह ने यह दात ली। और इत्थे एक बेनती दास जरूर करता है, याद रखियो जदों किसी नूं कहा जाता है ना अमृत छको, वो कह देंगे ने नहीं जी साडा ते मन साफ है, सानू अमृत छकण की लोड़। हुण याद रखियो जे कलगीधर पातशाह जिहड़े कुछ अमृत के दाते ने जिन्होंने अमृत के दाते सरबंस दानी कहा जाता है कि उन्होंने मन साफ नहीं सी। वो 5 प्यारिਆਂ को दोबारा फिर खंडे की पौल क्यों मंगते पे? क्यों? क्योंकि उन्होंने पता है कि ये जिहड़ी अमृत की दात है ये बिना कर्मां तो नहीं मिलती। और फिर की होया आपां पढ़ लैंदे आ, वाह प्रगटियो मर्द अगंबड़ा वरियाम अकेला, वाह वाह गोबिंद सिंह
आपे गुर चेला, वो गुरु भी वो चेला भी। ते जिहड़ा खालसा प्रगट किया है वो खालसा किहो जिहा सी। दास ने पहला आप जी के सामने बेनती की, प्रथम सरबत खालसा जी की अरदास, सरबत खालसा जी को वाहिगुरू। पहला सारिਆਂ ਦੀ ते फिर साडी अपनी अरदास। वो किवें? गुरु पातशाह खुद अमृत छक के बाल गोबिंद राय, जिहड़ा उन्हां दा बचपन तो नाम सी वो बदलिया गया ते गुरु के सिंह फिर उसका नाम रखा गया। पातशाह की कृपा कि आप ही अमृत छकाया है और आप ही सिखा को सिंघां को दात मंगी तो फिर नाम रखा गया गोबिंद सिंह। इस करके जदों पंज प्यारे अमृत छकाउंदे ने वो कह देंगे ने कि अज तो बाद अपने नाम के नाल सिंह जरूर लाउणा है। हुण इत्थे भी एक बेनती कहने कि असीं अपने आप नूं सिंह जरूर आ, जे अरदास विच भी किते बोलड़ा पै जाए सिंह नहीं, छोटा जिहा नाम दस देना सिंह ना आखिओ, नाम लैण तो भी डर लगदा है। पर गुरु प्यारिओ वो भी सिंह से प्रथम सरबत खालसा जी की अरदास है जी, सरबत खालसा जी को वाहिगुरू वाहिगुरू चित आवे। किवें? भाई दर्जा सिंह, भाई भोता सिंह, आप जी उन्होंने जानते हो। दो सिंघां ने फैसला लिया है। यकरिया खान कहता है कि जिथे भी सिख मिलता है उन्होंने शरेआम कतल किया जाए, कोई सज़ा नहीं। और सानू पता है कि साढ़े छोटे छोटे बच्चों के टोटे किए गए, नेजिया के टंगे गए और पता नहीं सी कि असीं 200 साल तक जंगलों में रहे हैं। पर कि इन्होंने सिक्खी त्यागी। दो सिंघां ने अज फैसला लिया है कि नहीं, नाका ला दिता भाई गर्जा सिंह भाई भोता सिंह। क्यों? क्योंकि दसना है कि खालसा जिंदा है और यही खालसा जिहड़ा गुरु साहब ने प्रगट किया है। और गुरु प्यारिओ ढाडी दया सिंह दिलवर उन्होंने एक बड़ा प्यारा छंद लिखा है। वो कहते तेग विचों पैदा होया गातरे च तेग रखे, बाटे च रगड़ पीता खंडा तेरे खालसे। कहता हत्थां च सेवा इहदे पैरां च नवाबियां ने, हत्थां विच सेवा इहदे पैरां च नवाबियां ने, जालमां दा कढ़ दिता कंडा तेरे खालसे। इहो जिहा ये खालसा कलगीधर पातशाह ने पैदा किया सी। पैरां दियां विच नवाबियां तो गल याद आई। आप जी नूं पता है यकरिया खान नूं किसी ने आख्या कि ये जिहड़े सिंह ने कभी नहीं मुक सकते, गर्जा सिंह भोता सिंह वर्गे। वो कहते क्यों नहीं मुक सकते? वो कहते जी सानू इन्ना क पता है कि मुर्शद इनका वली प्यो है, इनको आपे हयात दियो है। कहता जिहड़ा इन्हां दा मुर्शद सी ना वो इन्हां नूं कोई आपे हयात कोई अमर की दात दे के गया जिहदे करके ना ये किसी को कुछ नहीं जानते। क्यों? कहते दूजिया तो 84 लाख जूना गिनते हैं, ये अपने आप को ना शहनशाह कहते हैं। वो बोल ने कहते अवर प्रमाणित जान जोन 84 शहनशाह खुद ही को भागत कान किसी की ये ना राखत। कहता किसी की कान नहीं मनते, अपने आप को शहनशाह मनते हैं। वो कहते अच्छा, कहते चलो देखने कहते जो मुकना नहीं तो इस तरह करने कुछ एरिया इन्हों भी दे देने क्योंकि साडा नुकसान ना करन। फिर किया कि कुछ एरिया जलंधर को लैके कपूरथला सारा ये मनिया गया कि इन्हों दे देने। यकरिया खान ने एक नवाबी भेजे कि इन्हों को इस एरिए च रहन, वो साडा नुकसान ना करन। और नवाबी आई उस वेले भाई दरबारा सिंह जिहड़े सिख कौम के जथेदार सन, बाबा बंदा सिंह बहादुर तो बाद जिहड़े बने सन, इन्हों आके दसिया गया जी यकरिया खान ने नवाबी भेजी। तो उस वेले दरबारा सिंह के जिहड़े बोल सन कि अज के साडे जथेदारां नूं पता लग जाए। उस वेले दरबारा सिंह ये गल कहता है, कहता नहीं, कहता तुहानू नवाबी नहीं चाहिए। कहते क्यों? कहते पातशाही को दावा राखत जां इतको जां उतको पाकत।
ਕਹਿੰਦੇ ਭਾਈ ਗੱਲ ਸੁਣ ਲਓ, ਅਸੀਂ ਤੇ ਪਹਿਲਾਂ ਹੀ ਪਾਤਸ਼ਾਹੀ ਦੇ ਦਾਅਵੇਦਾਰ ਹਾਂ। ਉਹ ਕਹਿੰਦਾ ਉਹ ਕਿਵੇਂ? ਕਹਿੰਦਾ ਜੇ ਕਿ ਮੈਦਾਨੇ ਜੰਗ ਵਿੱਚ ਸ਼ਹੀਦ ਹੋ ਗਏ ਤੇ ਅਸੀਂ ਅਮਰ ਹੋ ਜਾਣਾ ਹੈ। ਔਰ ਦੂਸਰੀ ਗੱਲ, ਜਦੋਂ ਗੁਰੂ ਦੀ ਸੇਵਾ ਕਰਦਿਆਂ ਅਸੀਂ ਜਾਣਾ ਗੁਰੂ ਦੀ ਗੋਦ ਵਿੱਚ, ਤੇ ਤਾਂ ਵੀ ਅਸੀਂ ਤੇ ਪਾਤਸ਼ਾਹ, ਸਾਡੇ ਕੋਲ ਤੇ ਨਵਾਬੀ, ਸਾਨੂੰ ਕੀ ਲੋੜ? ਉਹ ਕਹਿੰਦੇ ਅੱਛਾ ਚਲੋ ਗੱਲ ਪੁੱਛੀ ਗਈ। ਉਹ ਕਹਿੰਦੇ ਚਲੋ 5 ਪਿਆਰਿਆਂ ਨੂੰ ਪੁੱਛ ਲਓ ਜੀ, ਨਵਾਬੀ ਆਈ ਹੈ ਕਿਹਨੂੰ ਦੇਣੀ? ਹੁਣ ਉਸ ਵੇਲੇ ਦੇ ਜਿਹੜੇ 5 ਪਿਆਰੇ ਸੀ, ਜਥੇਦਾਰ ਬਾਰੇ ਆਪ ਜੀ ਨੂੰ ਪਤਾ ਲੱਗਾ। 5 ਪਿਆਰਿਆਂ ਵਿੱਚ ਜਿਹੜੇ ਉਸ ਵੇਲੇ 5 ਪਿਆਰੇ ਸੀ, ਉਹਨਾਂ ਨੂੰ ਪੁੱਛਿਆ ਗਿਆ ਜੀ ਨਵਾਬੀ ਦਾ ਕੀ ਕਰੀਏ? ਉਹ ਕਹਿਣ ਲੱਗੇ ਅਸੀਂ ਤੇ ਪਹਿਲਾਂ ਹੀ 5 ਪਿਆਰਿਆਂ ਗੁਰੂ ਦੇ ਪਿਆਰੇ ਹਾਂ, ਨਵਾਬੀ ਸਾਡੇ ਤੋਂ ਛੋਟੀ ਹੈ, ਅਸੀਂ ਛੋਟਾ ਰੁਤਬਾ ਨਹੀਂ ਲੈਣਾ, ਇਹਨੂੰ ਮੋੜ ਦਿਓ, ਸਾਨੂੰ ਚਾਹੀਦੀ ਨਹੀਂ, ਅਸੀਂ ਤੇ ਪਾਤਸ਼ਾਹ, ਪਹਿਲਾਂ ਹੀ ਪਾਤਸ਼ਾਹ ਹਾਂ। ਉਹ ਫਿਰ ਕਹਿੰਦੇ ਜੀ ਹੁਣ ਆਈ ਹੈ ਤੇ ਕਰੀਏ ਕੀ? ਕਹਿੰਦੇ ਨੇ ਉਸ ਵੇਲੇ ਜਿਹੜੇ ਪਾਠੀ ਸਿੰਘ ਗੁਰੂ ਸਾਹਿਬਾਂ ਦੇ ਹਜ਼ੂਰੀ ਅਰਦਾਸ ਕੀਤੀ ਗਈ ਕਿ ਇਹ ਸੇਵਾ ਕਿਹਨੂੰ ਦੇਈਏ, ਹੁਣ ਮਿਲੀ ਹੈ। ਔਰ ਗੁਰੂ ਪਿਆਰਿਓ ਯਾਦ ਰੱਖਿਓ, ਉਸ ਵੇਲੇ ਬਚਨ ਸਨ ਗੁਰੂ ਪਾਤਸ਼ਾਹ ਦੇ, ਟਹਿਲ ਮਹਿਲ ਤਾਂ ਕੋ ਮਿਲੈ ਜਾਂ ਕੋ ਸਾਧ ਕਿਰਪਾਲ। ਇਹ ਗੁਰੂ ਘਰ ਦੀ ਸੇਵਾ ਤੇ ਉਹਨੂੰ ਮਿਲਦੀ ਹੈ ਜਿਹਦੇ ਤੇ ਗੁਰੂ ਕਿਰਪਾ ਕਰਦਾ ਹੈ। ਉਹ ਕਹਿੰਦੇ ਕਿਸੇ ਸੇਵਾਦਾਰ ਨੂੰ ਦੇ ਦਿਓ। ਕਹਿੰਦੇ ਸੇਵਾਦਾਰ ਕਿਹੜਾ ਹੈ? ਉਸ ਵੇਲੇ ਨਵਾਬ ਕਪੂਰ ਸਿੰਘ ਆਪ ਜੀ ਨੂੰ ਪਤਾ ਹੈ, ਇਤਿਹਾਸ ਪੜ੍ਹ ਕੇ ਦੇਖਿਓ, ਉਹ ਨਾਲੇ ਇੱਕ ਦਿਨ ਪਹਿਲਾਂ ਹਯਾਤ ਖਾਨ ਦੇ ਨਾਲ ਜੰਗ ਕਰਕੇ ਆਏ ਨੇ। ਔਰ ਇਤਿਹਾਸਕਾਰ ਕਹਿੰਦੇ ਨੇ ਉਹਨਾਂ ਦੇ ਹੱਥ ਤੇ ਸੱਟ ਲੱਗੀ ਹੋਈ, ਹੱਥ ਦੇ ਉੱਤੇ ਪੱਟੀ ਵੱਜੀ ਹੋਈ, ਫਿਰ ਵੀ ਸੰਗਤਾਂ ਦੀ ਉਸੇ ਦਰਬਾਰ ਦੇ ਵਿੱਚ ਪੱਖੇ ਦੁਆਰਾ ਸੇਵਾ ਕਰਦੇ ਪਏ ਨੇ। ਉੱਥੋਂ ਬੁਲਾਇਆ ਗਿਆ ਦਰਬਾਰਾ ਸਿੰਘ ਨੂੰ ਕਿ ਦੋ ਵਾਹਿਗੁਰੂ। ਜਥੇਦਾਰ ਦਰਬਾਰਾ ਸਿੰਘ ਕਹਿਣ ਲੱਗੇ ਨਵਾਬ ਕਪੂਰ ਸਿੰਘ, ਜਿਨ੍ਹਾਂ ਨੂੰ ਬਾਅਦ ਵਿੱਚ ਨਵਾਬ ਕਿਹਾ ਗਿਆ, ਕਹਿੰਦੇ ਕਪੂਰ ਸਿੰਘ ਤੁਹਾਨੂੰ 5 ਪਿਆਰਿਆਂ ਨੇ ਯਾਦ ਕੀਤਾ ਹੈ। ਉਹਨਾਂ ਨੂੰ ਆਖਿਆ ਵੀ ਤੁਸੀਂ ਬੜੀ ਗੁਰੂ ਘਰ ਦੀ ਸੇਵਾ ਕਰਦੇ ਹੋ। ਸੇਵਾ ਵੀ ਕਿਹੜੀ ਕਰਦੇ ਨੇ? ਜਾਂ ਤੇ ਸੰਗਤਾਂ ਦੀ ਪੱਕਾ ਚੱਲਣ ਦੀ, ਲੰਗਰਾਂ ਦੀ ਸੇਵਾ, ਔਰ ਗੁਰੂ ਪਿਆਰਿਓ ਇਹ ਕਪੂਰ ਸਿੰਘ ਗੁਰੂ ਦੇ ਘੋੜਿਆਂ ਦੀ ਉੱਥੇ ਸੇਵਾ ਕਰਦੇ ਨੇ। ਘੋੜਿਆਂ ਨੂੰ ਨਵਾਉਣਾ, ਧਵਾਉਣਾ, ਉਹਨਾਂ ਦਾ ਇਲਾਜ ਕਰਨਾ, ਔਰ ਉਹਨਾਂ ਦਾ ਗੋਹਾ ਜਿਹੜਾ ਗੋਬਰ ਹੈ ਉਹ ਚੁੱਕਣਾ, ਇਹ ਸੇਵਾ ਕਪੂਰ ਸਿੰਘ ਕਰਦੇ ਨੇ। ਜਦੋਂ ਇਸ ਤਰ੍ਹਾਂ ਬੁਲਾਇਆ ਗਿਆ ਔਰ ਆਖਿਆ ਕਿ ਭਾਈ ਸਾਹਿਬ ਜੀ ਤੁਹਾਨੂੰ ਨਵਾਬੀ ਦੇਣੀ ਹੈ, ਜ਼ਕਰੀਆ ਖਾਨ ਨੇ ਭੇਜੀ। ਉਹ ਕਹਿੰਦਾ ਨਹੀਂ, ਮੈਨੂੰ ਵੀ ਨਹੀਂ ਚਾਹੀਦੀ। ਉਹ ਕਹਿਣ ਲੱਗੇ ਨਹੀਂ, ਗੁਰੂ ਸਾਹਿਬ ਨੇ ਤੁਹਾਡੇ ਤੇ ਕਿਰਪਾ ਕੀਤੀ, 5 ਪਿਆਰਿਆਂ ਦਾ ਹੁਕਮ ਹੈ ਕਿ ਇਹ ਨਵਾਬੀ ਤੁਹਾਨੂੰ ਲੈਣੀ ਪੈਣੀ। ਪਰ ਗੁਰੂ ਪਿਆਰਿਓ ਉਸ ਵੇਲੇ ਵੇਖਿਓ ਸਿੰਘਾਂ ਦੇ ਕਰਤਾਰ, ਜਦੋਂ ਨਵਾਬ ਕਪੂਰ ਸਿੰਘ ਜਦੋਂ ਉਹਨਾਂ ਨੂੰ ਆਖਿਆ ਕਿ ਉਹਨਾਂ ਨੇ ਇੱਕ ਗੱਲ ਕਹੀ, ਕਹਿੰਦਾ ਸੱਚੇ ਪਾਤਸ਼ਾਹ ਦੀ ਕਿਰਪਾ, ਇੱਕ ਗੱਲ ਯਾਦ ਰੱਖਿਓ, ਜੇ ਇਹ ਨਵਾਬੀ ਮੈਨੂੰ ਦੇਣੀ ਹੈ ਤੇ ਪਹਿਲਾਂ 5 ਪਿਆਰਿਆਂ ਦੇ ਚਰਨਾਂ ਨੂੰ ਛੁਹਾਈ ਜਾਵੇ। ਔਰ ਗੁਰੂ ਪਿਆਰਿਓ ਯਾਦ ਰੱਖਿਓ, ਇਹ ਜਿਹੜੀ ਨਵਾਬੀ ਸੀ ਇਹ ਇੱਕ ਖਿੱਲਤ ਸੀ ਜਿਹਦੇ ਵਿੱਚ 1.25 ਲੱਖ ਰੁਪਈਆ, ਇੱਕ ਸੋਨੇ ਦੀ ਤਲਵਾਰ ਦੇ ਜੜੀ ਹੋਈ ਮੁੱਠੀ, ਔਰ ਇੱਕ ਗਿਜ਼ਾ, ਇੱਕ ਕਲਗੀ, ਔਰ ਹੋਰ ਪਤਾ ਨਹੀਂ ਪੁਛਾਕ ਕੀਮਤੀ 9 ਚੀਜ਼ਾਂ ਇਤਿਹਾਸਕਾਰਾਂ ਨੇ ਲਿਖੀਆਂ ਨੇ। ਇਹਦੇ ਵਿੱਚ ਸੀ ਵੱਡੇ ਸਾਰੇ ਥਾਲ ਦੇ ਵਿੱਚ, ਜਿਹਨੂੰ ਨਵਾਬੀ ਕਿਹਾ ਜਾਂਦਾ ਸੀ। ਔਰ ਆਖਿਆ ਕਿ ਇਹ ਸਾਰੀਆਂ ਚੀਜ਼ਾਂ ਪਹਿਲਾਂ 5 ਪਿਆਰਿਆਂ ਦੇ ਚਰਨਾਂ ਨੂੰ ਛੁਹਾਈਆਂ ਜਾਣ ਤੇ ਫਿਰ ਮੈਨੂੰ ਸੌਂਪੀਆਂ ਜਾਣ। ਔਰ ਦੂਸਰੀ ਕਹਿੰਦਾ ਮੇਰੀ ਸ਼ਰਤ ਇਹ ਹੈ ਕਿ ਨਾ ਤਾਂ ਮੈਂ ਤਖਤ ਲਾ ਕੇ ਬੈਠਣਾ ਹੈ ਜਿਵੇਂ ਨਵਾਬ ਬਹਿੰਦੇ ਨੇ, ਔਰ ਦੂਸਰੀ ਮੇਰੀ ਸ਼ਰਤ ਇਹ ਹੈ ਕਿ ਨਾ ਮੈਂ ਸੰਗਤਾਂ ਦੇ ਪੱਕੇ ਝੱਲਣ ਦੀ ਸੇਵਾ ਛੱਡਣੀ ਹੈ, ਮੈਨੂੰ ਰੋਕਿਓ ਨਾ ਕਿ ਨਵਾਬ ਜਿਹੜਾ ਇਹ ਕੰਮ ਨਹੀਂ ਕਰੇਗਾ। ਦੂਸਰੀ ਕਹਿੰਦਾ ਮੈਂ ਗੁਰੂ ਦੇ ਫੌਜਾਂ ਦੇ ਘੋੜਿਆਂ ਦੀ ਜਿਹੜੀ ਸੇਵਾ ਹੈ, ਦਵਾ ਦਾਰੂ ਦੀ, ਉਹਨਾਂ ਦੇ ਇਲਾਜ ਦੀ, ਉਹਨਾਂ ਦੇ ਨਵਾਉਣ ਧਵਾਉਣ ਦੀ, ਉਹਨਾਂ ਦੇ ਗੋਬਰ ਦੀ ਸੇਵਾ, ਇਹ ਵੀ ਮੈਂ ਕਦੀ ਨਹੀਂ ਕੱਢਣੀ। ਜੇ ਤੁਹਾਡਾ ਦਿਲ ਕਰਦਾ ਤੇ ਮੈਨੂੰ ਨਵਾਬੀ ਦੇ ਦਿਓ, ਨਹੀਂ ਤੇ ਇਹ ਕਿਉਂ ਔਰ ਸਾਨੂੰ ਨਾ ਕਿਉਂ ਕੀਤੀ। ਔਰ ਇਸੇ ਕਰਕੇ ਗੁਰੂ ਪਿਆਰਿਓ ਜਿਹੜੀ ਉਹਨਾਂ ਨੇ ਪਹਿਲੀ ਗੱਲ ਕਹੀ ਸੀ ਨਾ ਕਿ 5 ਪਿਆਰਿਆਂ ਦੇ ਚਰਨਾਂ ਨੂੰ ਛੁਹਾ ਕੇ ਦਿੱਤੀ ਜਾਏ, ਇਹਦਾ ਕਹਿਣ ਦਾ ਮਤਲਬ ਇਹ ਸੀ ਕਿ ਜ਼ਕਰੀਆ ਖਾਨ ਨੂੰ ਪਤਾ ਲੱਗ ਜਾਏ ਕਿ ਤੇਰੀਆਂ ਨਵਾਬੀਆਂ ਤੇ ਸਾਡੀ ਜੁੱਤੀ ਦੀ ਨੋਕ ਤੇ ਨੇ, ਅਸੀਂ ਇਹਨਾਂ ਨੂੰ ਕੁਛ ਨਹੀਂ ਜਾਣਦੇ। ਔਰ ਦੂਸਰੀ ਗੱਲ ਉਹਨੇ ਸੇਵਾ ਆਖਿਆ ਹੈ ਕਿ ਕਿਤੇ ਮਨ ਵਿੱਚ ਇਹ ਨਾ ਆਖ
कि ਜਿਹੜੇ ਨਵਾਬ ਲੋਕ ਹੁੰਦੇ ਨੇ ਸੇਵਾ ਨਹੀਂ ਕਰਦੇ। ਸੇਵਾ ਵੀ ਗੁਰੂ ਦੀ ਉਸੇ ਤਰ੍ਹਾਂ ਕਰਨੀ। ਗੁਰੂ ਕਿਤੇ ਕਿਰਪਾ ਕਰੇ ਸਾਨੂੰ ਅੱਜ ਇਹ ਖਾਲਸੇ ਦਾ ਸਾਜਨਾ ਦਿਵਸ ਨਹੀਂ, ਸਾਡਾ ਆਪਣਾ ਸਾਜਨਾ ਦਿਵਸ ਹੈ। ਪਰ ਗੁਰੂ ਪਿਆਰਿਓ ਯਾਦ ਰੱਖਿਓ, ਦੁਨੀਆ ਤੇ ਜਿੰਨੀਆਂ ਵੀ ਕੌਮਾਂ ਨੇ ਉਹਨਾਂ ਦਾ ਇਤਿਹਾਸ ਪੜ੍ਹ ਕੇ ਵੇਖ ਲਓ, ਕਿਸੇ ਵੀ ਕੌਮ ਨੂੰ ਆਪਣਾ ਜਨਮ ਦਿਹਾੜਾ ਯਾਦ ਨਹੀਂ। ਕੋਈ ਵੀ ਕੌਮ, ਕਿਸੇ ਨੂੰ ਵੀ ਪਤਾ ਨਹੀਂ ਕਿ ਸਾਡਾ ਸਾਜਨਾ ਦਿਵਸ ਜਾਂ ਸਾਡੀ ਕੌਮ ਕਦੋਂ ਪੈਦਾ ਹੋਈ, ਜਾਂ ਸਾਡਾ ਪਹਿਲਾ ਮੁਰਸ਼ਿਦ ਕੌਣ ਸੀ, ਜਾਂ ਸਾਨੂੰ ਕਿਹਨੇ ਬਣਾਇਆ, ਨਹੀਂ ਪਤਾ। ਇਹ ਗੂਗਲ ਤੇ ਵੀ ਸਰਚ ਕਰ ਲਿਓ। ਇੱਕੋ ਇੱਕ ਵਾਹਿਦ ਕੌਮ ਹੈ ਖਾਲਸਾ ਪੰਥ, ਜਿਹਨੂੰ ਆਪਣਾ ਸਾਜਨਾ ਦਿਵਸ ਪਤਾ ਹੈ, ਔਰ ਜਿਹਨੂੰ ਇਹ ਵੀ ਪਤਾ ਹੈ ਕਿ ਅਸੀਂ ਕੌਣ ਹਾਂ ਔਰ ਅਸੀਂ ਕਿੱਥੋਂ ਪੈਦਾ ਹੋਏ ਹਾਂ। ਔਰ ਗੁਰੂ ਕਿਰਪਾ ਕਰੇ ਸਾਨੂੰ ਸਿਰਫ ਇਹੀ ਗੱਲ ਪਤਾ ਲੱਗਦੀ ਕਿ ਖਾਲਸੇ ਬਣ ਕੇ ਅਸੀਂ, ਸਾਡੀ ਜ਼ਿੰਦਗੀ ਕੀ ਹੈ ਔਰ ਸਾਡੀ ਮੌਤ ਕੀ ਹੈ। ਔਰ ਗੁਰੂ ਕਿਰਪਾ ਕਰੇ ਸਾਡੇ ਸਾਰਿਆਂ ਜੀਵਾਂ ਤੇ ਆਪਾਂ ਪੜ੍ਹ ਲੈਂਦੇ ਹਾਂ ਕਿ ਖਾਲਸਾ ਅਕਾਲ ਪੁਰਖ ਦੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮਾ ਦੀ ਮੌਜ। ਉਸ ਅਕਾਲ ਪੁਰਖ ਦੀ ਰਹਿਮਤ ਦੇ ਨਾਲ ਇਹ ਖਾਲਸਾ ਕਲਗੀਧਰ ਪਾਤਸ਼ਾਹ ਨੇ ਪ੍ਰਗਟ ਕੀਤਾ ਹੈ। ਔਰ ਗੁਰੂ ਪਾਤਸ਼ਾਹ ਨੇ ਨਾਲ ਇਹ ਵੀ ਗੱਲ ਆਖੀ, ਔਰ ਗੁਰੂ ਕਿਰਪਾ ਕਰੇ ਸਾਡੇ ਸਾਰਿਆਂ ਜੀਵਾਂ ਤੇ ਅੱਜ ਦੇ ਦਿਨ ਅਸੀਂ ਇਹ ਗੱਲ ਮਨ ਵਿੱਚ ਲੈ ਕੇ ਜਾਈਏ ਕਿ ਗੁਰੂ ਪਾਤਸ਼ਾਹ ਨੇ ਇੱਕ ਸਾਨੂੰ ਗੱਲ ਕਹੀ ਹੈ ਕਿ ਅਸੀਂ ਅੰਮ੍ਰਿਤਧਾਰੀ ਹੋਣਾ ਹੈ। ਕਿਉਂਕਿ ਗੁਰੂ ਸਾਹਿਬ ਨੇ ਜੇ ਖਾਲਸਾ ਪੰਥ ਸਾਜਿਆ ਤੇ ਉਹਨਾਂ ਨੇ ਇੱਕ ਗੱਲ ਕਹਿ ਦਿੱਤੀ, ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾ। ਸਿੱਖ ਨਹੀਂ, ਰਹਿਤ ਪਿਆਰੀ ਹੈ ਕਿ ਕਿੰਨੀ ਅਸੀਂ ਰਹਿਤ ਰੱਖਣੇ ਆ। ਔਰ ਦੂਸਰੀ ਗੱਲ ਗੁਰੂ ਪਾਤਸ਼ਾਹ ਨੇ ਇਸੇ ਸ਼ਬਦ ਵਿੱਚ ਜਿਹੜਾ ਆਪਾਂ ਪੜ੍ਹਦੇ ਹਾਂ ਨਾ ਕਿ ਖਾਲਸਾ ਅਕਾਲ ਪੁਰਖ ਦੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮਾ ਦੀ ਮੌਜ, ਤੇ ਇੱਕ ਪਾਤਸ਼ਾਹ ਨੇ ਗੱਲ ਕਹੀ, ਬਿਨਾਂ ਸ਼ਸਤਰ ਕੇਸਮ ਨਾ ਦੇਵੋ ਦੇ ਧਾਰੇ, ਇਹੋ ਮੇਰੀ ਆਗਿਆ ਸੁਣੋ ਮੇਰੇ ਪਿਆਰੇ। ਕਹਿੰਦੇ ਨੇ ਐ ਗੁਰੂ ਦਿਆ ਸਿੱਖਾ ਗੱਲ ਯਾਦ ਰੱਖੀ, ਜੇ ਮੇਰੇ ਦਰਸ਼ਨ ਕਰਨ ਆਉਣਾ ਤੇ ਆਪਣੇ ਸਰੀਰ ਤੇ ਸ਼ਸਤਰ ਸਜਾ ਕੇ ਆਈ। ਕਿਉਂ? ਕਿਉਂਕਿ ਬਿਨਾਂ ਸ਼ਸਤਰ ਮਰਨ ਢੇਰ ਜਾਓ। ਕਿ ਜਿਨ੍ਹਾਂ ਦੇ ਸਰੀਰ ਤੇ ਸ਼ਸਤਰ ਕਤਾਰ ਨਹੀਂ, ਉਹ ਮਤ ਸੋਚਿਓ ਅਸੀਂ ਗੁਰੂ ਦੇ ਸਿੰਘ ਆ, ਉਹ ਭੇਡਾਂ ਬੱਕਰੀਆਂ ਹੀ ਨੇ ਬਸ, ਹੋਰ ਕੁਛ ਵੀ ਨਹੀਂ। ਔਰ ਭੇਡਾਂ ਬੱਕਰੀਆਂ ਦੀ ਜ਼ਿੰਦਗੀ ਕੀ ਹੁੰਦੀ ਹੈ ਇਹ ਸਾਨੂੰ ਸਾਰਿਆਂ ਨੂੰ ਪਤਾ ਹੈ। ਕਿ ਜੇ ਗੁਰੂ ਨੇ ਸਾਨੂੰ ਆਪਣੇ ਸਿੰਘ ਖਾਲਸਾ ਪੰਥ ਬਣਾਇਆ ਤੇ ਸਾਡਾ ਫਰਜ਼ ਬਣਦਾ ਅਸੀਂ ਗੁਰੂ ਵਾਲੇ ਬਣ ਕੇ ਗੁਰੂ ਦੇ ਚੰਗੇ ਦਿੱਤੇ ਹੋਏ ਸਿਧਾਂਤਾਂ ਤੇ ਚੱਲ ਕੇ ਆਪਣਾ ਜੀਵਨ ਜਿਹੜਾ ਸਫਲਾ ਕਰ ਸਕੀਏ। ਸੁਰਦਾਸ ਨੇ ਆਪ ਜੀ ਦੇ ਨਾਲ ਪਾਵਨ ਪੰਕਤੀਆਂ, ਖਾਲਸਾ ਅਕਾਲ ਪੁਰਖ ਦੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮਾ ਦੀ ਮੌਜ, ਇਹਨਾਂ ਪੰਕਤੀਆਂ ਦੀ ਵਿਚਾਰ ਸਾਂਝੀ ਕੀਤੀ ਹੈ। ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ, ਇਤਨੀ ਸੇਵਾ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਗਿਆਨੀ ਸਤਪਾਲ ਸਿੰਘ ਜੀ, ਜਿਨ੍ਹਾਂ ਪਾਸੋਂ ਆਪ ਜੀ ਨੇ ਖਾਲਸਾ ਸਾਜਨਾ ਦਿਵਸ ਦੇ ਬਾਰੇ ਬਹੁਤ ਵਡਮੁੱਲਾ ਇਤਿਹਾਸ ਸਰਵਣ ਕੀਤਾ ਹੈ। ਗੁਰੂ ਪਾਤਸ਼ਾਹ ਬਖਸ਼ਿਸ਼ ਕਰਨ, ਇਸੇ ਤਰ੍ਹਾਂ ਨੂੰ ਚੜ੍ਹਦੀ ਕਲਾ, ਨਾਮਦਾਨ, ਗੁਰਸਿੱਖੀ ਜੀਵਨ ਬਖਸ਼ਣ, ਇਹ ਕੌਮ ਦੀ ਸੇਵਾ ਕਰਦੇ ਰਹਿਣ। ਆਓ ਹੁਣ 9:40 ਤੱਕ ਬੀਬੀ ਹਰਪ੍ਰੀਤ ਕੌਰ ਗੁਰਾੜੀ ਜੀ ਪਾਸੋਂ ਇੱਕ ਸ਼ਬਦ ਦੀ ਹਾਜ਼ਰੀ ਕਰਦੇ ਹਾਂ। ਉਸ ਤੋਂ ਉਪਰੰਤ ਭਾਈ ਜਸਮੇਰ ਸਿੰਘ ਜੀ ਸਿਮਰਨ ਦਿੱਤੇ ਪਾਸੋਂ ਸ਼ਬਦ ਕੀਰਤਨ ਸਰਵਣ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।